सर मेरी हालत ਤਾਂ ਪਿਛਲੇ 2 ਦਿਨਾਂ ਤੋਂ ਕਾਫੀ ਨਾਜ਼ੁਕ ਸੀਗੀ। ਤਾਂ ਸਾਨੂੰ ਇੱਥੇ ਬੈਠਿਆਂ ਨੂੰ ਲੱਗਦਾ ਹੈ ਕਿ ਫੂਡ ਪੋਇਜ਼ਨਿੰਗ ਹੋ ਚੁੱਕੀ ਹੈ। ਧਰਨੇ ਤੇ ਗਏ ਹਨ, ਉੱਥੇ ਜਾ ਕੇ ਉਹਨਾਂ ਆਪਣਾ ਟਾਵਰ ਤੇ ਬਹਿ ਗਏ, ਟਾਵਰ ਤੇ ਧਰਨਾ ਲਾ ਲਿਆ। ਕਹਿੰਦਾ ਡੈਡੀ ਕੋਈ ਫਿਕਰ ਨਹੀਂ ਕਰਨਾ, ਨਾ ਠੀਕ ਠਾਕ ਆ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ, ਤਗੜੇ ਹੋ ਕੇ ਰਹਿਣਾ, ਮੰਗਾਂ ਆਪਣੀਆਂ ਪੂਰੀਆਂ ਲਾ ਕੇ ਛੱਡੋ। ਇਹ ਸਰਕਾਰ ਗੰਦੀ ਹੈ, ਕੰਮ ਕਰ ਰਹੀ ਹੈ, ਬੱਚਿਆਂ ਦਾ ਇਨਸਾਫ ਨਹੀਂ ਕਰ ਰਹੀ। ਤੇ ਬੜਾ ਨੌਕਰੀ ਕਰਨ ਦੇ ਮਾਰੇ ਗਿਆ ਤੇ ਲੈਣ ਲਈ ਨੌਕਰੀ ਲੈਣ ਵਾਸਤੇ ਗਿਆ ਤੇ ਜਾ ਕੇ ਧਰਨੇ ਤੇ ਬੈਠਾ ਦਾ ਪੁੱਛਣ ਗੌਰਮੈਂਟ ਨੌਕਰੀ ਨਹੀਂ ਦੇ ਰਹੀ। ਜਿਹੜੇ ਕੋਈ ਸੱਜਣ ਮਿੱਤਰ ਘਰ ਆ ਕੇ ਉਹਨਾਂ ਦੇ ਬਾਰੇ ਪੁੱਛਦਾ ਫਿਰ ਅਸੂ ਨਿਕਲਦੇ ਆ, ਨਹੀਂ ਤੇ ਮੈਂ ਅਸੂ ਨਹੀਂ ਕੱਢਦਾ। ਹਾਂਜੀ, ਕਿਹੜੀ ਚੀਜ਼ ਆਪਾਂ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਸੰਘਰਸ਼ ਕਰ ਲਈਏ। ਨਹਿਰਾਂ ਤੇ ਛਾਲਾਂ ਸਾਡੇ ਸਾਥੀਆਂ ਨੇ ਮਾਰ ਦਿੱਤੀਆਂ, ਟਾਵਰਾਂ ਤੇ ਅਸੀਂ ਬਹਿ ਗਏ, ਡਾਂਗਾਂ 4 ਸਾਲ ਤੋਂ ਪਿੱਛੇ ਲਗਾਤਾਰ ਖਾ ਰਹੇ ਹਾਂ। ਇਸ ਤੋਂ ਇਲਾਵਾ ਕਿਹੜਾ ਸੰਘਰਸ਼ ਹੈ, ਕਿਹੜਾ ਰਾਹ ਸਾਨੂੰ ਸਰਕਾਰ ਦੱਸਦੇ, ਅਸੀਂ ਉਹ ਵੀ ਕਰਨੀ ਤਿਆਰ ਬੈਠੇ। ਇਹ ਸੀ ਕਿ ਸ਼ਾਇਦ ਉਹ ਸਾਥੀ ਜੇ ਟਾਵਰ ਤੇ ਨਾ ਚੜ੍ਹਦੇ ਤੇ ਘਰੇ ਬੈਠੇ ਕੋਈ ਨਾ ਕੋਈ ਗਲਤ ਪੰਗਾ ਕਰ ਬੈਠਦੇ ਜਾਂ ਕੁਝ ਹੋਰ ਕਰ ਬੈਠਦੇ। ਨਾਲ ਦੀ ਨਾਲ ਹੀ ਇਨਫੈਕਸ਼ਨ ਤਾਂ ਪੇਟ ਤੇ ਦਰਦ, ਪਿਛਲੇ ਕੱਲ ਪਰਸੋਂ ਇੱਕ ਸਾਥੀ ਸੀਰੀਅਸ ਹੀ ਹੋ ਗਿਆ ਸੀ। ਪਰ ਅੱਜ ਤੱਕ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਸਮਝ ਨਹੀਂ ਆ ਰਹੀ ਸਰਕਾਰ ਨੂੰ, ਵੀ ਜਾਂ ਸਾਨੂੰ ਨਹੀਂ ਸਮਝ ਆ ਰਹੀ ਵੀ ਸਰਕਾਰ ਚਾਹੁੰਦੀ ਕੀ ਆ। ਕਈ ਵਾਰ ਆ ਕੇ ਰਿਕੁਐਸਟ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਝੂਠੇ ਵਾਅਦੇ ਵੀ ਕੀਤੇ ਗਏ ਨੇ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਨੇ ਤਾਂ ਤੁਸੀਂ ਹੇਠਾਂ ਆ ਜਾਓ। ਤਾਂ ਇਹ ਲਗਭਗ ਪਿਛਲੇ 20 ਦਿਨ ਪਹਿਲਾਂ ਤੋਂ ਰਿਕੁਐਸਟਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਤੁਹਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਨੇ। ਤਾਂ ਜੇ ਮੰਗਾਂ ਪੂਰੀਆਂ ਹੋ ਗਈਆਂ ਨੇ ਤਾਂ ਫਿਰ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੰਨਾ ਟਾਈਮ ਕਿਉਂ? ਵੀ ਜਿਵੇਂ ਸਾਡੀ ਪੋਸਟ ਤੇ ਸਿੱਖਿਆ ਮੰਤਰੀ ਜੀ ਨੂੰ ਲੱਗਦਾ ਵੀ ਬੀਐਡ ਵਾਲੇ ਹਾਇਰ ਕੁਆਲੀਫਾਈ ਨੇ ਤੇ ਉਹ ਸਾਡੇ ਨਾਲ ਵਧੀਆ ਪੜ੍ਹਾ ਸਕਦੇ ਨਾ। ਜੇ ਸਰ ਉਹ ਵਧੀਆ ਪੜ੍ਹਾ ਸਕਦੇ ਨੇ ਤੇ ਉਹ ਆਪਣੀ ਪੋਸਟ ਦੇ ਵਿੱਚ ਕਿਉਂ ਨਹੀਂ ਐਲੀਜੀਬਲ ਹੋਏ? ਸਾਡੇ ਤੋਂ ਪਹਿਲਾਂ ਪੋਸਟਾਂ ਆਈਆਂ ਨੇ 35 ਆਈਆਂ ਨੇ, ਉਸ ਤੋਂ ਬਾਅਦ ਫਿਰ ਪੋਸਟਾਂ ਆਈਆਂ ਨੇ। ਜਿਹੜੇ ਬੱਚੇ ਉਹਨਾਂ ਪੋਸਟਾਂ 'ਚੋਂ ਕੁਆਲੀਫਾਈ ਨਹੀਂ, ਉਹ ਸਾਡੀਆਂ ਪੋਸਟਾਂ 'ਤੇ ਆ ਕੇ ਕੁਆਲੀਫਾਈ ਕਰਦੇ। ਮਤਲਬ ਇਹ ਉਹ ਕਹਿੰਦੇ ਹਾਈਅਰ ਵਾਲੇ ਹੈ, ਲੋਵਰ 'ਚੋਂ ਬੜੇ ਮਤਲਬ ਇੰਟੈਲੀਜੈਂਟ ਬਣ ਗਏ ਨਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕੈਪਟਨ ਸਰਕਾਰ ਸੱਤਾ ਦੇ ਵਿੱਚ ਆਉਣ ਦੇ ਲਈ ਬਹੁਤ ਵੱਡੇ ਦਾਅਵੇ ਕਰਦੀ ਸੀ। ਨੌਜਵਾਨਾਂ ਨੂੰ ਨੌਕਰੀਆਂ, ਘਰ ਘਰ ਰੋਜ਼ਗਾਰ ਦੇਣ ਦਾ ਦਾਅਵਾ ਵੀ ਕੈਪਟਨ ਸਰਕਾਰ ਦਾ ਚੋਣ ਏਜੰਡੇ ਦਾ ਮੁੱਖ ਦਾਅਵਾ ਸੀ। ਪਰ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਹੋ ਚੁੱਕੇ ਨੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਲੈਣ ਦੇ ਲਈ ਟਾਵਰਾਂ ਦੇ ਉੱਤੇ ਚੜ੍ਹ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਅਸੀਂ ਇਸ ਟਾਈਮ ਗੁਰਦਾਸਪੁਰ ਦੇ ਪਿੰਡ ਦੇ ਵਿੱਚ ਮੌਜੂਦ ਹਾਂ, ਜਿੱਥੇ ਦਾ ਇੱਕ ਨੌਜਵਾਨ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਪਿਛਲੇ 48 ਦਿਨਾਂ ਤੋਂ ਇੱਕ ਮੋਬਾਈਲ ਟਾਵਰ ਦੇ ਉੱਤੇ ਬੈਠ ਕੇ ਆਪਣੇ ਰੋਜ਼ਗਾਰ ਦੇ ਲਈ ਸੰਘਰਸ਼ ਕਰ ਰਿਹਾ ਹੈ। ਉਸ ਨੌਜਵਾਨ ਦੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਹੈ। ਉਹ 2 ਨੌਜਵਾਨ ਨੇ ਜੋ ਈਟੀਟੀ ਟੈਟ ਪਾਸ ਨੇ। ਟੈਟ ਪਾਸ ਕਰਨਾ ਇੱਕ ਸ਼ਰਤ ਹੁੰਦੀ ਹੈ ਜੇ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ। ਤਾਂ ਉਹਨਾਂ ਦੇ ਨਾਲ ਇੱਕ ਮਾਨਸਾ ਦਾ ਨੌਜਵਾਨ ਹੈ। ਤਾਂ 2 ਨੌਜਵਾਨ ਪਿਛਲੇ 48 ਲਗਭਗ ਦਿਨਾਂ ਤੋਂ ਇੱਕ ਮੋਬਾਈਲ ਟਾਵਰ ਦੇ ਉੱਤੇ ਬੈਠ ਕੇ ਸੰਘਰਸ਼ ਕਰ ਰਹੇ ਨੇ, ਭੁੱਖੇ ਪਾਣੇ ਉੱਥੇ ਬੈਠੇ ਨੇ। ਅੱਜ ਅਸੀਂ ਇੱਕ ਪਰਿਵਾਰ ਦੇ ਕੋਲ ਪਹੁੰਚੇ ਹਾਂ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੌਜਵਾਨ ਹੈ, ਟੈਟ ਪਾਸ। ਗੱਲਬਾਤ ਕਰਦੇ ਹਾਂ, ਬਜ਼ੁਰਗ ਨੇ, ਪਿਤਾ ਜੀ ਉਹਨਾਂ ਦੇ। ਬਾਪੂ ਜੀ ਕੀ ਨਾਂ ਤੁਹਾਡਾ ਜੀ? ਪਰਸਰਾਮ ਜੀ। ਬੇਟੇ ਦਾ ਕੀ ਨਾਂ ਹੈ? ਸੁਰਿੰਦਰਪਾਲ। ਸੁਰਿੰਦਰਪਾਲ ਹੋਰੀ ਕਦੋਂ ਦੇ ਘਰੋਂ ਗਏ ਨੇ ਜੀ? 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ ਜੀ। ਕਿੱਥੇ ਗਏ ਨੇ? ਪਤਾ ਕੋਈ ਗੱਲਬਾਤ ਹੋਈ ਤੁਹਾਡੀ? ਕਿੱਥੇ ਗਏ ਨੇ ਉਹ? ਪਟਿਆਲੇ। ਕੀ ਕਰਨ ਗਏ ਨੇ? ਆਪਣੇ ਧਰਨੇ ਤੇ ਗਏ ਹਨ, ਉੱਥੇ ਜਾ ਕੇ ਉਹਨਾਂ ਆਪਣਾ ਟਾਵਰ ਤੇ ਬਹਿ ਗਏ, ਟਾਵਰ ਤੇ ਧਰਨਾ ਲਾ ਲਿਆ ਦੋਵਾਂ ਪੁੱਤਰਾਂ ਨੇ।
ਕਿੰਨੇ ਦਿਨ ਹੋ ਗਏ ਲਗਭਗ? आज लगभग 48 दिन हो गए। ਉਮਰ ਕਿੰਨੀ ਹੈ ਬਾਪੂ ਜੀ ਤੁਹਾਡੀ? हाँ जी, मेरी उम्र 80 साल हो चली है। ਗੱਲ ਹੁੰਦੀ ਹੈ ਪੁੱਤਰ ਦੇ ਨਾਲ? ਹੁੰਦੀ ਹੈ ਕਹਿੰਦਾ ਡੈਡੀ ਕੋਈ ਫਿਕਰ ਨਹੀਂ ਕਰਨਾ ਨਾ, ਠੀਕ ਠਾਕ ਆ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ, ਤਗੜੇ ਹੋ ਕੇ ਰਹਿਣਾ, ਮੰਗਾਂ ਆਪਣੀਆਂ ਪੂਰੀਆਂ ਲਾ ਕੇ ਛੱਡੋ, ਮੰਗ ਲੈ ਕੇ ਆਓ, ਨੌਕਰੀ ਲੈ ਬਗੈਰ ਨਹੀਂ ਆਉਣਾ। ਬਹੁਤ ਚਾਵਾਂ ਨਾਲ ਪੜਾਇਆ ਹੋਊਗਾ, ਬਹੁਤ ਮਿਹਨਤ ਮਜ਼ਦੂਰੀ ਕੀਤੀ ਹੋਊ ਪੜਾਉਣ ਲਈ। ਮਿਹਨਤਾਂ ਬੜੀਆਂ ਮਿਹਨਤਾਂ ਕਰਕੇ ਬੱਚੇ ਨੂੰ ਪੜਾਇਆ। ਇਹ ਸਰਕਾਰ ਗੰਦੀ ਹੈ, ਕੰਮ ਕਰ ਰਹੀ ਹੈ, ਬੱਚਿਆਂ ਦਾ ਇਨਸਾਫ ਨਹੀਂ ਕਰ ਰਹੀ। ਇਹ ਸਰਕਾਰ ਨੇ ਗਰੀਬਾਂ ਨੂੰ ਵਕਤ ਪਾਇਆ। ਇਹ ਮੇਰੇ 2 ਪੁੱਤਰ ਟਾਵਰ 'ਤੇ ਬੈਠੇ ਨੇ, ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੇ। ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀਗੇ ਜਦੋਂ ਸੱਤਾ 'ਚ ਨਹੀਂ ਆਈ। ਲੋਕਾਂ ਨੂੰ, ਲੋਕਾਂ ਨੇ ਕਿਸੇ ਦਾ ਵਾਅਦਾ ਹੀ ਨਹੀਂ ਪੂਰਾ ਕੀਤਾ। ਰੋ ਰਹੇ ਹੋ ਬਾਪੂ ਜੀ? ਦੁੱਖ ਹੈ, ਇੰਨੇ ਦਿਨ ਹੋ ਗਏ ਪੁੱਤ ਟੈਂਕੀ ਦੇ ਉੱਤੇ ਬੈਠਾ ਹੈ, ਸੰਘਰਸ਼ ਕਰ ਰਿਹਾ। ਟਾਵਰ 'ਤੇ ਬੈਠੇ ਦੇ ਪੁੱਤਰ ਦਾ ਦੁੱਖ ਹੈ, ਕਿਉਂਕਿ ਸਰਕਾਰ ਧਿਆਨ ਨਹੀਂ ਦੇ ਰਹੀ ਬੱਚਿਆਂ ਵੱਲ। ਤੁਸੀਂ ਕਹਿੰਦੇ ਹੋ ਪੁੱਤਰ ਨੂੰ ਵੀ ਆ ਜਾ ਹੇਠਾਂ ਆ ਜਾ, ਕੁਝ ਖਾਦਾ ਪੀਤਾ ਵੀ ਨਹੀਂ, ਬਹੁਤ ਦਿਨ ਹੋ ਗਏ ਕਹਿੰਦੇ। ਮੈਂ ਨਹੀਂ ਇਹ ਗੱਲ ਕਹਿੰਦਾ, ਮੈਂ ਕਹਿੰਦਾ ਵੀ ਬੇਟਾ ਜੀ ਆਪਣਾ ਹੱਕ ਲੈ ਕੇ ਆਓ, ਆਪਣਾ ਕੋਰਸ ਕੀਤਾ, ਆਪਣੀ ਮੰਗਾਂ ਪੂਰੀਆਂ ਕਰੋ। ਸੁਰਿੰਦਰਪਾਲ ਪੜ੍ਹਨ ਦੇ ਵਿੱਚ ਕਿਵੇਂ ਸੀਗੇ ਜਦੋਂ ਪੜ੍ਹਾਈ ਕਰਦੇ ਸੀਗੇ? ਅੱਗੇ ਟੈਟ ਵੀ ਪਾਸ ਕੀਤਾ ਉਹਨਾਂ ਨੇ ਨੌਕਰੀ ਦੇ ਲਈ। ਹਾਂਜੀ, ਕਾਫੀ ਮਿਹਨਤ ਕਰਦਾ ਰਿਹਾ ਮੇਰਾ ਬੇਟਾ, ਟੈਟ ਪਾਸ ਕੀਤਾ। ਨੌਕਰੀਆਂ ਅਪਲਾਈ ਕੀਤੀਆਂ ਉਹਨਾਂ ਨੇ, ਜਿਵੇਂ ਕੈਪਟਨ ਸਰਕਾਰ ਕਹਿੰਦੀ ਸੀ ਵੀ ਘਰ ਘਰ ਰੋਜ਼ਗਾਰ ਦੇਵਾਂਗੇ, ਉਹਨਾਂ ਨੇ ਅਪਲਾਈ ਕੀਤੀਆਂ ਨੌਕਰੀਆਂ? ਟਰਾਈ ਕੀਤਾ ਨੌਕਰੀ ਲੈਣ ਦੇ ਵਾਸਤੇ? ਪਹਿਲਾਂ ਵੀ ਟਰਾਈ ਕੀਤੀ ਹੈ, ਐਵੇਂ ਬਕਵਾਸ ਵਾਅਦੇ ਝੂਠੇ ਕਰੀ ਜਾਂਦਾ ਰਿਹਾ, ਕੋਈ ਬੱਚੇ ਨੂੰ ਨੌਕਰੀ ਨਹੀਂ ਮਿਲੀ। ਫਿਰ ਇਹ ਕੋਰਸ ਕੀਤਾ ਅਤੇ ਇਹਦੇ 'ਚ ਵੀ ਟੈਟ ਪਾਸ ਕਰ ਲਿਆ, ਪਹਿਲੇ 97 ਨੰਬਰ ਮਾਰੇ ਦੇ ਆ। ਹੁਣ ਵਾਲੇ 'ਚ ਮੈਨੂੰ ਨਹੀਂ ਪਤਾ ਕਿੰਨੇ ਨੰਬਰ ਮਾਰੇ ਦੇ। ਫਿਰ ਜਾ ਕੇ ਤੇ ਗਏ ਨਾ, ਜਾ ਕੇ ਟਾਵਰ 'ਤੇ ਬੈਠੇ ਜੇ ਜਾ ਕੇ ਕਿ ਅਸੀਂ ਮੰਗ ਪੂਰੀ ਕਰਾਂਗੇ। ਦੱਸਦੇ ਨੇ ਸੁਰਿੰਦਰਪਾਲ ਹੋਣੀ ਕੋਈ ਸਰਕਾਰ ਦਾ ਬੰਦਾ, ਕੋਈ ਨੁਮਾਇੰਦਾ ਆ ਕੇ ਮਿਲਿਆ ਕੋਈ ਉਹਨਾਂ ਨੂੰ? ਮੇਰੇ ਨਾਲ ਨਹੀਂ ਗੱਲ ਕੀਤੀ ਹੈ, ਮੈਂ ਝੂਠ ਮਾਰਾਂ, ਕੋਈ ਮਿਲਿਆ ਬੰਦਾ। ਘਰ ਦਾ ਗੁਜ਼ਾਰਾ ਬਾਪੂ ਜੀ ਕਿਵੇਂ ਚੱਲਦਾ ਹੈ? ਜੇ ਉੱਧਰ ਰੁਜ਼ਗਾਰ ਨਹੀਂ ਮਿਲਿਆ ਤਾਂ ਫਿਰ ਘਰ ਦੇ ਹਾਲਾਤ ਵੀ ਫਿਰ ਉੱਦਾਂ ਦੇ ਹੋਣਗੇ, ਆਰਥਿਕ ਤੌਰ ਦੇ ਉੱਤੇ ਮੰਦਹਾਲੀ ਹੈ। ਹਾਲ ਮਾੜੇ ਨਾ, ਤੁਸੀਂ ਦੇਖੇ ਕਰਦੇ ਹੋ ਹਾਲ, ਤਕਰੀਬਨ ਮਾੜੀ ਹੀ ਹਾਲਤ ਹੈ, ਪਰ ਕੀ ਕਰਨਾ ਫਿਰ, ਜਿਹੋ ਜਿਹੀ ਮਾੜੀ ਹਾਲਤ ਉਹੋ ਜਿਹੀ ਵਰਤੇ ਕਰਨੇ ਆ, ਕੀ ਕਰਨਾ। ਪੁੱਤਰ ਨੂੰ ਪੜਾਇਆ ਸੀਗਾ ਵੀ ਨੌਕਰੀ ਲੱਗੂਗਾ, ਪੈਰਾਂ 'ਤੇ ਖੜਾ ਹੋਊਗਾ, ਮੇਰਾ ਬੁਢਾਪੇ ਦਾ ਸਹਾਰਾ ਬਣ। ਹਾਂਜੀ, ਅਤੇ ਬੁਢਾਪੇ ਨੌਕਰੀ ਕਰਨ ਦੇ ਮਾਰੇ ਗਿਆ ਅਤੇ ਇਹ ਲੈਣ ਲਈ, ਨੌਕਰੀ ਲੈਣ ਵਾਸਤੇ ਗਿਆ ਤੇ ਜਾ ਕੇ ਧਰਨੇ 'ਤੇ ਬੈਠਾ ਦਾ ਪੁੱਛਣ, ਗੌਰਮੈਂਟ ਨੌਕਰੀ ਨਹੀਂ ਦੇ ਰਹੀ। ਗੁਜ਼ਾਰਾ ਕਿਵੇਂ ਚੱਲਦਾ ਜੀ? ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ? ਐਵੇਂ ਧੱਕੇ ਧੋੜੇ ਨਾਲ ਚੱਲਦਾ ਪਿਆ ਜੀ ਗੁਜ਼ਾਰਾ, ਹੋਰ ਆਮਦਨ ਤਾਂ ਕੋਈ ਹੈ ਨਹੀਂ। ਬਿਮਾਰ ਹੋ ਤੁਸੀਂ? ਤੁਹਾਨੂੰ ਵੀ ਤਕਲੀਫ ਹੈ ਕੋਈ? ਹਾਂਜੀ, ਮੈਨੂੰ ਸਾਹ ਦਾ ਨੁਕਸਾ ਜੀ। ਹਾਂਜੀ, ਬੜੀ ਤਗੜੀ ਬਿਮਾਰੀ, ਕੀ ਕੀਤਾ ਜਾਏ, ਕੀ ਕਰਨਾ। ਚਿੰਤਾ 'ਚ ਰਹਿੰਦਾ ਮਨ? ਫੇ ਪੁੱਤਰ ਦੇ ਵੱਲ ਘੁੰਮਦਾ ਰਹਿੰਦਾ ਹੋ? ਉਹ ਤਾਂ ਜਾਈਏ, ਬੱਚਿਆਂ ਦਾ ਖਿਆਲ ਘੁੰਮਦਾ ਹੀ ਹੈ, ਕੀ ਕਰਨਾ, ਬੱਚਿਆਂ ਦਾ ਖਿਆਲ ਰਹਿੰਦਾ ਹੀ ਹੈ ਜੀ। ਅਤੇ ਮੈਂ ਤਾਂ ਕਹਿੰਦਾ ਬੇਟਾ ਜੀ ਨੌਕਰੀ ਲੈ ਕੇ ਆਉਣਾ, ਕੋਈ ਗੱਲ ਨਹੀਂ, ਖਿਆਲ ਸਾਡਾ ਘੁੰਮਣ ਦਿਓ। ਹਾਂਜੀ, ਮਨ ਡੋਲਦਾ ਤੇ ਨਹੀਂ? ਡਰ ਤਾਂ ਨਹੀਂ ਲੱਗਦਾ? ਨਾ, ਕੋਈ ਡਰਦਾ ਖਿਆਲ। ਇਸ ਸੰਘਰਸ਼ ਦਾ ਰਾਹ ਬਹੁਤ ਔਖਾ ਹੈ। ਪਿਛਲੇ 48 ਦਿਨਾਂ ਤੋਂ ਧੁੱਪੇ ਮੀਂਹ ਝੱਖੜ ਆਉਂਦਾ, ਉੱਥੇ ਹੀ ਭੁੱਖੇ ਪਾਣੀ, ਨਾ ਨਹਾਉਣ ਦਾ ਕੋਈ ਬੰਦੋਬਸਤ, ਨਾ ਸੌਣ ਦਾ ਤਰੀਕੇ ਦਾ ਕੋਈ ਬੰਦੋਬਸਤ। ਬੱਚੇ ਦਾ ਦਿਲ ਡੋਲਦਾ, ਪਰ ਮੇਰਾ ਨਹੀਂ ਡੋਲਦਾ। ਮੈਂ ਦਿਲ ਬੜਾ ਸਖਤ ਦਾ ਬੰਦਾ, ਅੱਥਰੂ ਜ਼ਰੂਰ ਨਿਕਲਦੇ, ਪਰ ਬੱਚੇ ਨੂੰ ਕਹਿੰਦਾ ਬੱਚਾ ਨੌਕਰੀ ਲੈ ਕੇ ਆਉਣਾ, ਗੌਰਮੈਂਟ ਕੋਲ ਆਪਣੀ ਮੰਗਾਂ ਪੂਰੀਆਂ ਲੈ ਕੇ ਛੱਡਣੀਆਂ।
ਇੱਕ ਪੁੱਤਰ ਨਹੀਂ, ਦੂਸਰਾ ਪੁੱਤਰ ਵੀ ਨਾਲ ਹੈ। ਦੋਨਾਂ ਨੂੰ ਇਹੋ ਹੀ ਆਖਣਾ ਹੁਣ ਕਿਤੇ ਆਉਂਦਾ ਵੀ ਪੁੱਤਰ ਜੀ ਡਟੇ ਰਹੋ, ਨੌਕਰੀ ਲੈ ਕੇ ਆਉਣਾ। ਬੇਸ਼ੱਕ ਬਜ਼ੁਰਗ 80 ਸਾਲ ਉਮਰ ਹੈ, ਘਰ ਦੇ ਹਾਲਾਤ ਵੀ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਦੇ ਨਾਲ ਜੂਝ ਰਹੇ ਨੇ, ਪਰ ਬਾਵਜੂਦ ਇਸ ਦੇ 80 ਸਾਲ ਦੀ ਉਮਰ ਦੇ ਵਿੱਚ ਇਹ ਤਰਾਸਦੀ ਸਾਡੇ ਮੁਲਕ ਦੀ ਹੈ ਵੀ ਜਦੋਂ ਪੁੱਤ ਨੇ ਸਹਾਰਾ ਬਣਨਾ ਸੀਗਾ, ਵੀ ਨੌਕਰੀ 'ਤੇ ਲੱਗਣਾ ਸੀ, ਪੜ੍ਹ ਲਿਖ ਕੇ ਟੈਸਟ ਪਾਸ ਕੀਤੇ ਤਾਂ ਜੋ ਮੈਂ ਨੌਕਰੀ 'ਤੇ ਲੱਗ ਕੇ ਇਸ ਬਜ਼ੁਰਗ ਬਾਪ ਦਾ ਸਹਾਰਾ ਬਣੂੰਗਾ, ਤਾਂ ਅੱਜ ਤਰਾਸਦੀ ਸਾਡੇ ਮੁਲਕ ਦੀ ਇਹ ਹੈ, ਸਾਡੇ ਸੂਬੇ ਦੀ ਤਰਾਸਦੀ ਇਹ ਹੈ ਕਿ ਬਜ਼ੁਰਗ ਬਾਪ ਹੱਲਾਸ਼ੇਰੀ ਦੇ ਰਿਹਾ ਆਪਣੇ ਪੁੱਤ ਨੂੰ ਸੰਘਰਸ਼ ਲੜਨ ਦੇ ਲਈ। 48 ਦਿਨਾਂ ਤੋਂ ਇੱਕ ਟੈਂਕੀ ਦੇ ਉੱਤੇ, ਮਾਫ ਕਰਨਾ, ਟਾਵਰ ਦੇ ਉੱਤੇ ਬੈਠੇ ਨੇ, ਨਾ ਉੱਥੇ ਕੋਈ ਬਿਜਲੀ ਦਾ ਬੰਦੋਬਸਤ ਹੈ, ਨਾ ਪਾਣੀ ਖਾਣ ਪੀਣ ਦਾ ਕੋਈ ਵੀ ਨਹੀਂ ਹੈ। ਔਰ ਇਹ ਵੀ ਪਤਾ ਲੱਗਿਆ ਵੀ ਉਹਨਾਂ ਦੀ ਹਾਲਤ ਵੀ ਥੋੜ੍ਹੀ ਜਿਹੀ ਪਿਛਲੇ ਦਿਨਾਂ ਤੋਂ ਵਿਗੜੀ ਹੈ, ਕਿਉਂਕਿ ਬਹੁਤ ਦਿਨ ਹੋ ਗਏ ਉੱਥੇ ਰਾਸ਼ਨ ਪਾਣੀ ਦਾ ਵੀ ਕੋਈ ਇੰਤਜ਼ਾਮ ਉਹਨਾਂ ਦੇ ਕੋਲ ਨਹੀਂ ਹੈ। ਤਾਂ ਅਜਿਹੇ 'ਚ ਅੰਦਾਜ਼ਾ ਲਗਾ ਸਕਦੇ ਹੋ ਵੀ ਸਾਡਾ ਮੁਲਕ ਅੱਜ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ, ਸਾਡਾ ਸੂਬਾ ਅੱਜ ਕਿਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ। ਬੜਾ ਰੋਸ ਹੈ ਕੈਪਟਨ ਸਰਕਾਰ ਦੇ ਖਿਲਾਫ, ਕਿਉਂਕਿ ਕੈਪਟਨ ਸਰਕਾਰ ਜਦੋਂ ਸੱਤਾ 'ਚ ਆਈ, ਮੇਰੀ ਹਾਲਤ ਦੇਖ ਲਓ, ਹਾਲਤ ਕਿਹੋ ਜਿਹੀ ਆ ਇਹਦੇ, ਕੋਈ ਫੇਰ ਵੀ ਪਰਵਾਹ ਨਹੀਂ ਕਰਦੀ ਸੀ। ਗੁਰੂ ਮਹਾਰਾਜ ਦੀ ਮਿਹਰ ਨਾਲ ਫੇਰ ਵੀ ਪਰਵਾਹ ਨਹੀਂ ਕਰਦੀ, ਪੁੱਤਰ ਤਗੜਾ ਹੋ ਗਿਆ, ਆਪਣਾ ਸੰਘਰਸ਼ ਲੜ ਤੂੰ, ਕੋਈ ਗੱਲ ਨਹੀਂ। ਹਾਂਜੀ, ਇਹ ਤੁਹਾਡੇ ਅਥਰੂ ਮੈਨੂੰ ਲੱਗਦਾ ਸੰਘਰਸ਼ ਦੇ ਵਿੱਚ ਜਿਵੇਂ ਉਹ ਬੈਠੇ ਨੇ ਦਲੇਰੀ ਦੇ ਨਾਲ, ਤਾਂ ਤੁਹਾਡੇ ਹੰਝੂ ਕਮਜ਼ੋਰ ਕਰਨਗੇ ਉਹਨਾਂ ਨੂੰ। ਨਾ ਮੈਂ ਫਿਰ ਜਿਹੜੇ ਕੋ ਸੱਜਣ ਮਿੱਤਰ ਘਰ ਆ ਕੇ ਉਹਨਾਂ ਦੇ ਬਾਰੇ ਪੁੱਛਦਾ ਫਿਰ ਅਸੂ ਨਿਕਲਦੇ ਆ, ਨਹੀਂ ਤਾਂ ਮੈਂ ਅਸੂ ਨਹੀਂ ਕੱਢਦਾ। ਹਾਂਜੀ, ਇਹ ਪਿਆਰ ਇਹੋ ਹੀ ਕਰਨਾ, ਗੁਰੂ ਮਹਾਰਾਜ ਦੀ ਨੌਕਰੀ ਦਿਵਾ ਕੇ ਘਰ ਭੇਜਿਓ, ਜੈ ਗੁਰਦੇਵ, ਜੈ ਮਹਾਰਾਜ ਮੇਰੇ ਬੱਚਿਆਂ ਨੂੰ ਨੌਕਰੀ ਦਵਾ ਕੇ ਭੇਜਣਾ, ਇਸ ਤਰ੍ਹਾਂ ਨਹੀਂ। ਅੱਜ ਵੀ ਪੂਰਾ ਸੰਘਰਸ਼ ਕਰੋ, ਜਿੰਨਾ ਵੀ ਸੰਘਰਸ਼ ਕੀਤੇ ਬਗੈਰ ਨੌਕਰੀ ਨਹੀਂ ਮਿਲਣੀ, ਔਰ ਨੌਕਰੀ ਲੈ ਕੇ ਉਹ ਸੰਘਰਸ਼ ਪੂਰਾ ਕਰੋ। ਤਾਂ ਇਹ 80 ਸਾਲ ਦੀ ਉਮਰ ਦੇ ਵਿੱਚ ਇੱਕ ਜੋਸ਼ ਵੀ ਹੈ, ਜਜ਼ਬਾ ਵੀ, ਔਰ ਪੁੱਤਰ ਦੇ ਲਈ ਦੁੱਖ ਵੀ ਹੈ ਮਨ ਦੇ ਵਿੱਚ ਵੀ ਮੇਰਾ ਪੁੱਤ ਅੱਜ 48 ਦਿਨ ਹੋ ਗਏ ਨੇ ਟਾਵਰ ਦੇ ਉੱਤੇ ਭੁੱਖਾ ਭਾਣਾ ਬੈਠਾ ਹੈ। ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਖਵਾਉਣ ਪਿਆਉਣ ਦੀ ਜਾਂ ਪਾਣੀ ਦੀ ਕੁਝ ਸਹੂਲਤ ਦਿੱਤੀ ਸੀ, ਪਰ ਉਹ ਵੀ ਉਹਨਾਂ ਨੇ ਲੈਣ ਤੋਂ ਮਨਾ ਕਰ ਦਿੱਤੀ ਸੀ। ਤਾਂ ਉਹਨਾਂ ਦੀ ਯੂਨੀਅਨ ਦੇ ਗੁਰਦਾਸਪੁਰ ਤੋਂ ਹੀ ਪ੍ਰਧਾਨ ਨੇ, ਈਡੀਟੀ ਯੂਨੀਅਨ ਟੈਟ ਪਾਸ ਦੇ ਜਿਹੜੇ ਉਹ ਸਾਡੇ ਨਾਲ ਨੇ, ਰਾਜ ਸੁਖਵਿੰਦਰ ਸਿੰਘ ਬਾਈ ਜੀ, ਕਿੰਨੇ ਦਿਨ ਹੋ ਗਏ ਆ ਸੁਰਿੰਦਰਪਾਲ ਹੋਰਾਂ ਨੂੰ, ਕਿਵੇਂ ਉੱਥੇ ਇਹ ਯੂਨੀਅਨ ਦਾ ਫੈਸਲਾ ਸੀਗਾ ਜਾਂ ਕਿਵੇਂ ਉਹ ਜਾ ਕੇ ਟਾਵਰ ਦੇ ਉੱਤੇ ਬਹਿ ਗਏ? ਬਾਈ ਜੀ ਅੱਜ ਸੁਰਿੰਦਰ ਨੂੰ 48 ਦਿਨ ਦੇ ਕਰੀਬ ਹੋ ਗਏ ਨੇ, ਤੇ ਸਰ ਟਾਵਰ 'ਤੇ ਚੜ੍ਹਨ ਦਾ ਫੈਸਲਾ ਉਹਨਾਂ ਦੋਨਾਂ ਸਾਥੀਆਂ ਦਾ ਨਿੱਜੀ ਫੈਸਲਾ ਸੀ। ਸਾਨੂੰ ਵੀ ਇਸ ਗੱਲ ਦੀ ਸਵੇਰੇ ਮੀਡੀਆ ਰਾਹੀਂ ਪਤਾ ਚੱਲਿਆ ਵੀ ਸਾਡੇ ਦੋ ਸਾਥੀ ਟਾਵਰ ਤੇ ਚੜ੍ਹ ਗਏ ਨੇ। ਸਾਥੀਆਂ ਦੀ ਮਾਨਸਿਕ ਹਾਲਾਤ ਇਹ ਸੀ ਕਿ ਸ਼ਾਇਦ ਉਹ ਸਾਥੀ ਜੇ ਟਾਵਰ 'ਤੇ ਨਾ ਚੜ੍ਹਦੇ ਤੇ ਘਰੇ ਬੈਠੇ ਕੋਈ ਨਾ ਕੋਈ ਗਲਤ ਪੰਗਾ ਕਰ ਬੈਠਦੇ ਜਾਂ ਕੁਝ ਹੋਰ ਕਰ ਬੈਠਦੇ। ਸੋ ਉਹਨਾਂ ਸਾਥੀਆਂ ਨੇ ਉਹ ਚੀਜ਼ ਨੂੰ ਨਕਾਰਦਿਆਂ ਜਾਂ ਕੋਈ ਬੁਜ਼ਦਿਲੀ ਵਾਲਾ ਕੰਮ ਕਰਨਾ ਸੀ ਉਹਨੂੰ ਨਕਾਰਦਿਆਂ ਹੋਇਆਂ ਟਾਵਰ 'ਤੇ ਚੜ੍ਹਨਾ ਬਿਹਤਰ ਸਮਝਿਆ, ਤਾਂ ਜੋ ਆਪਦੀ ਜੋ ਆਵਾਜ਼ ਹੈ ਉਹ ਲੋਕਾਂ ਦੇ ਕੰਨਾਂ ਦੇ ਨਾਲ ਨਾਲ ਸਰਕਾਰ ਦੇ ਕੰਨਾਂ ਤੱਕ ਪਾਈ ਜਾ ਸਕੇ ਕਿ ਸਾਡੇ 'ਚ ਇੰਨਾ ਕੁ ਜਜ਼ਬਾ ਹੈ ਵੀ ਆਪਾਂ ਜੇ ਆਪਣਾ ਹੱਕ ਲੈਣਾ ਤੇ ਉਹ ਜਾਣਦੇ ਹਾਂ ਵੀ ਤੁਹਾਡੇ ਤੋਂ ਆਪਣਾ ਹੱਕ ਕਿਵੇਂ ਲੈਣਾ। ਸੋ ਇਹ ਸਾਥੀ ਜਦ ਟਾਵਰ 'ਤੇ ਚੜ੍ਹ ਗਏ ਨੇ ਸਾਨੂੰ ਮੀਡੀਆ ਤੋਂ ਪਤਾ ਚੱਲਿਆ। ਫਿਰ ਉਸ ਤੋਂ ਬਾਅਦ ਸਾਡੀ ਇੱਕ ਜਥੇਬੰਦੀ ਤੌਰ 'ਤੇ ਜਾਂ ਇੱਕ ਸਾਥੀ ਦੇ ਤੌਰ 'ਤੇ ਜ਼ਿੰਮੇਵਾਰੀ ਬਣਦੀ ਸੀ ਵੀ ਹੁਣ ਇਹਨਾਂ ਸਾਥੀਆਂ ਦੀ ਸਪੋਰਟ ਕੀਤੀ ਜਾਵੇ, ਵੱਧ ਤੋਂ ਵੱਧ ਇਹਨਾਂ ਦੀ ਗੱਲ ਜੋ ਇਹਨਾਂ ਦੇ ਮਨ ਦੇ ਵਿਚਾਰ ਨੇ ਜਾਂ ਜੋ ਸਾਡੀਆਂ ਹੱਕੀ ਮੰਗਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਅਤੇ ਉਸ ਦੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਜਾਵੇ। ਜੋ ਦੁੱਖ ਉਸਦੇ ਬਾਪੂ ਜੀ ਝੱਲ ਰਹੇ ਨੇ, ਉਹ ਸਾਨੂੰ ਪਤਾ ਵੀ 48 ਦਿਨਾਂ ਤੋਂ ਜਦੋਂ ਇੱਕ ਜਵਾਨ ਪੁੱਤ ਮਾਂ ਪਿਓ ਦੀ ਅੱਖਾਂ ਦੇ ਸਾਹਮਣੇ ਨਾ ਆਵੇ ਅਤੇ ਉਹ ਬੈਠਾ ਵੀ ਇਸ ਕੰਡੀਸ਼ਨ 'ਤੇ ਹੋਵੇ ਵੀ ਪਾਸਾ ਵੀ ਜੇ ਕਿਤੇ ਵੱਧ ਪਲਟ ਗਿਆ ਤਾਂ ਸ਼ਾਇਦ ਉਹਦੀ ਜ਼ਿੰਦਗੀ ਤੋਂ ਵੀ ਹੱਥ ਧੋ ਸਕਦਾ। ਸੋ ਬੜੀ ਮਾੜੀ ਹਾਲਾਤ ਆ। ਉਹ ਸਾਥੀਆਂ ਦੀ ਚਮੜੀ ਦਾ ਰੋਗ ਲੱਗਿਆ ਪਿਆ ਜੀ, ਦੋਨਾਂ ਦੇ ਸਰੀਰ ਖਰਾਬ ਹੋ ਰਹੇ ਆ ਅਤੇ ਨਾਲ ਦੀ ਨਾਲ ਹੀ ਇਨਫੈਕਸ਼ਨ ਤਾਂ ਪੇਟ 'ਤੇ ਦਰਦ ਪਿਛਲੇ ਕੱਲ੍ਹ ਪਰਸੋਂ ਇੱਕ ਸਾਥੀ ਸੀਰੀਅਸ ਹੀ ਹੋ ਗਿਆ ਸੀ। ਪਰ ਅੱਜ ਤੱਕ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਸਮਝ ਨਹੀਂ ਆ ਰਹੀ ਸਰਕਾਰ ਨੂੰ ਵੀ, ਜਾਂ ਸਾਨੂੰ ਨਹੀਂ ਸਮਝ ਆ ਰਹੀ ਵੀ ਸਰਕਾਰ ਚਾਹੁੰਦੀ ਕੀ ਆ। ਜਿਹੜੇ ਮਾਨਸੇ ਵਾਲੇ ਵੀਰ ਨੇ ਉਹਨਾਂ ਦਾ ਕੀ ਨਾਮ ਹੈ? ਹਰਜੀਤ ਸਿੰਘ। ਹਾਲਾਤ ਕੀ ਨੇ ਉੱਥੇ ਉਹਨਾਂ ਦੇ? ਤੁਹਾਡੀ ਗੱਲਬਾਤ ਹੁੰਦੀ ਹੋਊਗੀ ਉਹਨਾਂ ਨਾਲ? ਸਰ ਗੱਲਬਾਤ ਤਾਂ ਬਹੁਤੀ ਨਹੀਂ ਹੁੰਦੀ, ਪਰ ਜਦ ਵੀ ਪੁੱਛੀਦਾ ਵੀ ਕਿਵੇਂ ਹੋ ਅਤੇ ਤੁਸੀਂ ਸਹਿਜੇ ਅੰਦਾਜ਼ਾ ਲਾ ਲਓ ਜੀ। ਆਪਾਂ 48 ਦਿਨ ਜਦੋਂ ਇੱਕ ਜਗ੍ਹਾ 'ਤੇ ਬੈਠੇ ਰਹਿੰਦੇ ਹਾਂ, ਨਾ ਅਸੀਂ ਨਹਾਉਂਦੇ ਹਾਂ ਨਾ ਧੋਂਦੇ ਹਾਂ, ਖਾਣ ਪੀਣ ਲਈ ਸਾਡੇ ਕੋਲ ਕੁਝ ਨਹੀਂ ਹੈਗਾ, ਅਤੇ ਕਿਵੇਂ ਦੇ ਹਾਲਾਤ ਹੋ ਸਕਦੇ।
ਜੇ ਅੱਜ ਕਿਤੇ ਕੋਵਿਡ ਕਰਕੇ ਸਾਨੂੰ 10 ਦਿਨ ਜਾਂ 15 ਦਿਨ ਘਰੇ ਕੁਆਰੰਟਾਈਨ ਕੱਟਣਾ ਪੈ ਜੇ ਇੱਕ ਕਮਰੇ ਦੇ ਵਿੱਚ, ਤੇ ਸਾਡੇ ਕਿਵੇਂ ਦੇ ਹਾਲਾਤ ਬਣ ਜਾਂਦੇ ਆ। ਤੇ ਉਹ ਸਿਰਫ ਇੱਕ ਟਾਵਰ ਤੇ ਬੈਠੇ ਨੇ ਸਾਥੀ, ਪਾਣੀ ਵੀ ਮੀਂਹ ਦਾ ਇਕੱਠਾ ਕਰਕੇ ਪੀ ਰਹੇ ਨੇ, ਉਹਨਾਂ ਦੇ ਹਾਲਾਤ ਕੀ ਹੋਣਗੇ। ਪਰ ਸਰਕਾਰ ਨੂੰ ਇਹ ਗੱਲ ਚਾਹੀਦੀ ਆ ਵੀ ਪਾਣੀ ਦੀ ਗੱਲ ਕੀਤੀ, ਉੱਥੇ ਪਾਣੀ ਦਾ ਕੋਈ ਟਾਵਰ ਦੇ ਉੱਤੇ ਕਿਸੇ ਤਰੀਕੇ ਨਾਲ ਵੀ ਨਹੀਂ ਪਹੁੰਚਦਾ, ਔਰ ਫਿਰ ਉਹ ਪਾਣੀ ਕਿਵੇਂ ਪੀ ਰਹੇ ਨੇ, ਖਾ ਪੀ ਕੀ ਰਹੇ ਨੇ ਰੋਜ਼। ਸਰ ਪਾਣੀ ਜਿਹੜਾ ਹੁਣ ਪਿੱਛੇ ਲਾਸਟ ਇੱਕ ਵੀਡੀਓ ਭੇਜੀ ਸੀ ਉਹਨਾਂ ਨੇ, ਉਹ ਪਾਣੀ ਬਾਰਿਸ਼ ਉਸ ਦਿਨ ਹੋਈ ਸੀ, ਉਹਦਾ ਪਾਣੀ ਸਟੋਰ ਕੀਤਾ ਸੀ ਉਹਨਾਂ ਸਾਥੀਆਂ ਨੇ, ਤੇ ਉਹੀ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਨੇ। ਹੁਣ ਕੱਲ ਦੀ ਗੱਲ ਆ, ਸ਼ਰਜੀਤ ਵੀਰੇ ਦੀ ਹੈਲਥ ਖਰਾਬ ਹੋਈ ਆ ਤੇ ਉਹਨੂੰ ਮੈਡੀਸਿਨ ਵਗੈਰਾ ਉੱਤੇ ਪਹੁੰਚਾਈ ਗਈ ਹੈ। ਉਸ ਤੋਂ ਬਾਅਦ ਅੱਜ ਥੋੜ੍ਹੇ ਜਿਹੇ ਸਾਥੀ ਸਹੀ ਹੋਏ ਨੇ, ਪਰ ਫਿਰ ਇੱਕ ਸੱਜੇ ਗੱਲ ਆ ਵੀ ਜਦੋਂ ਬੰਦਾ ਇੰਨੇ ਦਿਨ ਭੁੱਖੇ ਰਹਿ ਲੂਗਾ ਤਾਂ ਹਾਲਾਤਾਂ ਵਿਗੜਨਗੇ ਜੀ। ਗੱਲਬਾਤ ਹੋ ਸਕਦੀ ਹੈ ਸੁਰਿੰਦਰਪਾਲ ਹੋਰਾਂ ਦੇ ਨਾਲ। ਮੈਂ ਚਾਹੂੰਗਾ ਫੋਨ ਦੇ ਉੱਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸੁਰਿੰਦਰਪਾਲ ਔਰ ਹਰਜੀਤ ਸਿੰਘ ਮਾਨਸਾ ਦਾ, ਸੁਰਿੰਦਰਪਾਲ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ, ਬਿਆਨਪੁਰ ਪਿੰਡ ਹੈ, ਔਰ ਇਹ ਦੋ ਨੌਜਵਾਨ ਪਿਛਲੇ 48 ਦਿਨ ਲਗਭਗ ਇਹਨਾਂ ਨੂੰ ਹੋ ਚੁੱਕੇ ਹੈ, ਟਾਵਰ ਦੇ ਉੱਤੇ ਬੈਠ ਕੇ ਸੰਘਰਸ਼ ਕਰ ਰਹੇ ਨੇ। ਤਾਂ ਮੈਂ ਚਾਹੂੰਗਾ ਇੱਕ ਵਾਰੀ ਕਾਲ ਉਹਨਾਂ ਨੂੰ ਤੁਸੀਂ ਲਗਾ ਦਿਓ, ਔਰ ਆਪਾਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ। ਓਕੇ, ਮੈਂ ਮੈਸੇਜ ਕਰਦਾ। ਹਾਲਾਤ ਵੀਰ ਜੀ ਵੀ ਦੱਸ ਰਹੇ ਨੇ, ਜਥੇਬੰਦੀ ਦੇ ਆਗੂ ਨੇ ਗੁਰਦਾਸਪੁਰ ਤੋਂ, ਵੀ ਹਾਲਾਤ ਇੱਦਾਂ ਦੇ ਨੇ ਵੀ ਨਾ ਤਾਂ ਪੀਣ ਨੂੰ ਕੋਲ ਪਾਣੀ ਹੈ, ਨਾ ਖਾਣ ਪੀਣ ਦੇ ਲਈ ਕੋਈ ਸਮਾਨ ਹੈ। ਬਰਸਾਤ ਹੋਈ ਹੈ ਪਿਛਲੇ 2-4 ਦਿਨ ਪਹਿਲਾਂ, ਤਾਂ ਉਸ ਬਰਸਾਤ ਦਾ ਪਾਣੀ ਉਹਨਾਂ ਨੇ ਉੱਤੇ ਇਕੱਠਾ ਕੀਤਾ ਔਰ ਉਹੀ ਪਾਣੀ ਪੀ ਕੇ ਗੁਜ਼ਾਰਾ ਕੀਤਾ। ਇਹ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕਰ ਰਹੇ ਹਾਂ ਅਸੀਂ, ਜਿੱਥੇ ਉਹ 48 ਦਿਨ ਹੋ ਗਏ ਸੰਘਰਸ਼ ਲੜ ਰਹੇ ਨੇ। ਪੜ੍ਹਾਈ ਦੇ ਵਿੱਚ ਵੀ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਹੈ। ਰਾਸ਼ਟਰਵਿੰਦਰ ਬੋਲਦਾ ਤਾਂ ਹਮਦਰਦ ਟੀਵੀ ਤੋਂ ਸੁਖਵਿੰਦਰ ਸਿੰਘ ਵੀਰ ਨੇ ਨਾਲ ਤੁਹਾਡੇ ਨਾਲ ਗੱਲ ਕਰਨਗੇ, ਮੈਂ ਹੈਂਡ ਫ੍ਰੀ ਕਰ ਰਿਹਾ। ਲੋ ਬਾਈ ਜੀ। ਸੁਰਿੰਦਰਪਾਲ ਜੀ, ਸੁਖਵਿੰਦਰ ਗੱਲ ਕਰ ਰਿਹਾ ਜੀ ਹਮਦਰਦ ਟੀਵੀ ਤੋਂ। ਤੁਸੀਂ ਰਿਕਾਰਡਿੰਗ ਦੇ ਉੱਤੇ ਹੋ, ਤੁਹਾਡਾ ਫੋਨ ਮੈਂ ਤੁਹਾਡੇ ਘਰ ਪਹੁੰਚਿਆ, ਤੁਹਾਡੇ ਫਾਦਰ ਸਾਹਿਬ ਦੇ ਕੋਲ, ਤੁਹਾਡੇ ਪਰਿਵਾਰ ਦੇ ਕੋਲ। ਮੈਂ ਜਾਣਨਾ ਚਾਹੂੰਗਾ ਹਾਲਤ ਕੀ ਹੈ ਇਸ ਟਾਈਮ, ਤੁਸੀਂ ਸਿਹਤ ਕਿਵੇਂ ਹੈ ਤੁਹਾਡੀ? ਸਰ ਮੇਰੀ ਹਾਲਤ ਤਾਂ ਪਿਛਲੇ 2 ਦਿਨਾਂ ਤੋਂ ਕਾਫੀ ਨਾਜ਼ੁਕ ਸੀਗੀ। ਤਾਂ ਸਾਨੂੰ ਇੱਥੇ ਬੈਠਿਆਂ ਨੂੰ ਲੱਗਦਾ ਕਿ ਫੂਡ ਪੋਇਜ਼ਨਿੰਗ ਹੋ ਚੁੱਕੀ ਹੈ, ਕਿਉਂਕਿ ਜੋ ਸਾਡੇ ਕੋਲ ਖਾਣ ਪੀਣ ਦਾ ਸਮਾਨ ਸੀ, ਬਿਨਾਂ ਅਸੀਂ ਨਾਤੇ ਧੋਤੇ, ਬਿਨਾਂ ਹੱਥ ਮੂੰਹ ਧੋਤੇ ਖਾਣਾ ਪੈ ਰਿਹਾ ਹੈ, ਕਿਉਂਕਿ ਪਾਣੀ ਦੇ ਇੱਥੇ ਕੋਈ ਪੁਖਤਾ ਇੰਤਜ਼ਾਮ ਨਹੀਂ ਹੈਗੇ। ਤਾਂ ਲੱਗਦਾ ਕਿ ਫੂਡ ਪੋਇਜ਼ਨਿੰਗ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ। ਤਾਂ ਜਿਹਦੇ ਕਰਕੇ ਸਾਡੇ ਪੇਟ 'ਚ ਇਨਫੈਕਸ਼ਨ ਵਧਣ ਕਾਰਨ ਲਗਾਤਾਰ ਦਰਦ ਰਹਿੰਦਾ ਹੈ। ਤਾਂ ਹਰਜੀਤ ਮਾਨਸਾ ਜੀ, ਉਹਨਾਂ ਦੀ ਹਾਲਤ ਜਿਹੜੀ ਉਹ ਜ਼ਿਆਦਾ ਨਾਜ਼ੁਕ ਸੀ ਪਿਛਲੇ ਦਿਨੀ, ਤਾਂ ਹੁਣ ਵੀ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਪਿਛਲੇ 2 ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਕੁਝ ਖਾਣ ਪੀਣ ਦੀਆਂ ਚੀਜ਼ਾਂ, ਜੂਸ ਔਰ ਫਰੂਟ ਵਗੈਰਾ ਤੇ ਨਾਲ ਕੁਝ ਮੈਡੀਸਨ ਜਿਨ੍ਹਾਂ ਕਰਕੇ ਇਨਫੈਕਸ਼ਨ ਘੱਟ ਹੋ ਜਾਏ, ਤਾਂ ਪੇਨ ਕਿਲਰ ਵਗੈਰਾ ਕੁਝ ਮੈਡੀਸਨ ਦਿੱਤੀਆਂ ਗਈਆਂ। ਤਾਂ ਮੈਨੂੰ ਤਾਂ ਉਹਦੇ ਨਾਲ ਕਾਫੀ ਆਰਾਮ ਮਿਲਿਆ ਹੈ, ਪਰ ਮੇਰੇ ਪੇਟ ਦਰਦ ਪੂਰੀ ਤਰ੍ਹਾਂ ਠੀਕ ਨਹੀਂ ਹੋ ਰਹੀ। ਔਰ ਹਰਜੀਤ ਮਾਨਸਾ ਨੂੰ ਵੀ ਥੋੜਾ ਜਿਹਾ ਆਰਾਮ ਮਿਲਿਆ, ਬਾਕੀ ਉਹਨਾਂ ਦੀ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਤਾਂ ਮੈਨੂੰ ਲੱਗਦਾ ਸੁਰਿੰਦਰ ਜੀ, ਪ੍ਰਸ਼ਾਸਨ ਦਾ ਕੋਈ ਅਧਿਕਾਰੀ, ਕੋਈ ਸਰਕਾਰ ਦਾ ਕੋਈ ਨੁਮਾਇੰਦਾ ਕਦੀ ਆ ਕੇ ਤੁਹਾਨੂੰ ਉਤਾਰਨ ਦੀ ਕੋਸ਼ਿਸ਼ ਕਰਦਾ, ਕਹਿੰਦਾ ਥੱਲੇ ਆ ਜਾਓ? ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਵੱਲੋਂ ਕਈ ਵਾਰ ਆ ਕੇ ਰਿਕੁਐਸਟ ਕੀਤੀ ਗਈ ਹੈ, ਤਾਂ ਉਹਨਾਂ ਵੱਲੋਂ ਝੂਠੇ ਵਾਅਦੇ ਵੀ ਕੀਤੇ ਗਏ ਨੇ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਨੇ, ਤਾਂ ਤੁਸੀਂ ਹੇਠਾਂ ਆ ਜਾਓ। ਤਾਂ ਇਹ ਲਗਭਗ ਪਿਛਲੇ 20 ਦਿਨ ਪਹਿਲਾਂ ਤੋਂ ਰਿਕੁਐਸਟਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਤੁਹਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਨੇ। ਤਾਂ ਜੇ ਮੰਗਾਂ ਪੂਰੀਆਂ ਹੋ ਗਈਆਂ ਨੇ ਤਾਂ ਫਿਰ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਇੰਨਾ ਟਾਈਮ ਕਿਉਂ? ਤਾਂ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, 2364 ਜੋ ਪੋਸਟਾਂ ETT ਦੀਆਂ ਨੇ,
ਜਿਸ ਵੇਲੇ 2364 ਦਾ ਕੋਰੀਜੈਂਡਮ ਬਣਿਆ ਸੀ, ਜਿਸ ਵੇਲੇ 2364 ਪੋਸਟਾਂ ਦੀ ਜੋ ਐਡਵਰਟਾਈਜ਼ਮੈਂਟ ਆਈ ਸੀ, ਉਹ ਵਿਭਾਗ ਦੀ ਵੈਬਸਾਈਟ ਤੇ ਅਜੇ ਵੀ ਕੋਰੀਜੈਂਡਮ ਐਡਵਰਟਾਈਜ਼ਮੈਂਟ ਪਈ ਏ। ਤਾਂ ਉਸ ਵੇਲੇ ਜੋ ਸਰਕਾਰ ਨੇ ਭਰਤੀ ਦੇ ਰੂਲ ਬਣਾਏ ਸੀ, ਤਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਸਰਕਾਰ ਦੇ ਬਣਾਏ ਹੋਏ ਰੂਲ ਨੇ, ਉਹਨਾਂ ਰੂਲਾਂ ਦੇ ਤਹਿਤ ਭਰਤੀ ਕੀਤੀ ਜਾਵੇ, ਕਿਉਂਕਿ ਉਹ ਰੂਲ ETT ਟੈਟ ਪਾਸ +2 ਬੇਸ ਬਣਾਏ ਗਏ ਸੀ। ਪਰ ਸਰਕਾਰ ਨੇ ਕਰੋਨਾ ਦੀ ਆੜ ਦੇ ਵਿੱਚ ਉਹਨਾਂ ਭਰਤੀ ਰੂਲਾਂ ਵਿੱਚ ਅਮੈਂਡਮੈਂਟਸ ਕਰਕੇ ਤਾਂ ਜਿਹੜੇ ਉਹਨਾਂ ਦੇ ਚਹੇਤੇ ਸੀ, ਜਿਨ੍ਹਾਂ ਦਾ ਟੈਟ ਪਾਸ ਨਹੀਂ ਸੀ, ਉਹਨਾਂ ਨੂੰ ਭਰਤੀ ਦੇ ਵਿੱਚ ਐਂਟਰ ਕਰਵਾਇਆ ਗਿਆ। 10 ਨੰਬਰ ਉਹਨਾਂ ਨੂੰ ਤਜਰਬੇ ਦੇ ਦਿੱਤੇ ਗਏ, 5 ਨੰਬਰ ਉਹਨਾਂ ਨੂੰ ਗ੍ਰੈਜੂਏਸ਼ਨ ਦੇ ਦਿੱਤੇ ਗਏ, ਔਰ ਫਿਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਚਹੇਤੇ ਜਿਨ੍ਹਾਂ ਕੋਲੋਂ ਕੈਟਾਗਰੀਆਂ ਗਲਤ ਭਰੀਆਂ ਗਈਆਂ ਸੀ, ਉਹਨਾਂ ਨੂੰ ਕੈਟਾਗਰੀ ਚੇਂਜ ਕਰਨ ਤੱਕ ਦਾ ਜਿਹੜੀ ਆ ਅਮੈਂਡਮੈਂਟਸ ਕਰ ਦਿੱਤੀਆਂ ਗਈਆਂ। ਤਾਂ ਕਈਆਂ ਨੇ ਫਰਜ਼ੀ ਸਰਟੀਫਿਕੇਟ ਵੀ ਕੈਟਾਗਰੀ ਦੇ ਬਣਵਾ ਲਏ। ਇਹਦਾ ਸੁਰਿੰਦਰ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਹੁਣ ਤੁਹਾਡਾ ਕੀ ਪਲਾਨ ਕੀ ਹੈਗਾ? ਤੁਸੀਂ ਕਿਵੇਂ ਥੱਲੇ ਆਓਗੇ, ਕਦੋਂ ਥੱਲੇ ਆਓਗੇ? ਕਿਉਂਕਿ ਤੁਹਾਡੇ ਪਰਿਵਾਰ ਵੀ ਪਰੇਸ਼ਾਨ ਨੇ, ਤੁਹਾਡੇ ਪਿਤਾ ਜੀ ਵੀ ਬਜ਼ੁਰਗ ਨੇ, ਪਰੇਸ਼ਾਨ ਨੇ। ਤਾਂ ਮੈਂ ਚਾਹੂੰਗਾ ਤੁਸੀਂ ਗੱਲ ਵੀ ਕਰ ਸਕਦੇ ਹੋ ਆਪਣੇ ਪਿਤਾ ਜੀ ਦੇ ਨਾਲ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਇਹ ਜਿਹੜੇ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਸੀ, ਉਹਨਾਂ ਵਿੱਚੋਂ ਜੋ ਸਰਕਾਰ ਦੀ ਬਹੁਤ ਜ਼ਿਆਦਾ ਨਿਖੇਧੀ ਹੋਈ, ਤਾਂ ਕੁਝ ਅਮੈਂਡਮੈਂਟਸ ਸਰਕਾਰ ਨੇ ਵਾਪਸ ਲੈ ਲਈਆਂ ਸੀ। ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਅਮੈਂਡਮੈਂਟਸ ਹੁਣ ਵਾਪਸ ਲੈਣ ਵਾਲੀਆਂ ਰਹਿੰਦੀਆਂ ਨੇ, ਉਹ ਅਮੈਂਡਮੈਂਟਸ ਵਾਪਸ ਲਈਆਂ ਜਾਣ। ਔਰ ਜੋ ਪਿਛਲੇ ਦਿਨੀ ਸਿੰਗਲਾ ਸਾਹਿਬ ਵੱਲੋਂ ਜੋ ਸਿੱਖਿਆ ਮੰਤਰੀ ਨੇ, ਉਹਨਾਂ ਦਾ ਬਿਆਨ ਆਇਆ ਸੀ, ਪ੍ਰੈਸ ਨੋਟ ਵੀ ਆਇਆ ਸੀ ਕਿ ਅਸੀਂ ETT ਨੂੰ ਪਹਿਲ ਦੇ ਆਧਾਰ ਤੇ ਨਵੀਂ ਭਰਤੀ ਦੇਵਾਂਗੇ। ਉਹਦੇ ਵਿੱਚ ਹੋਰ ਕੋਈ ਵੀ ਵਲੰਟੀਅਰ ਸਿੱਖਿਆ ਪ੍ਰੋਵਾਈਡਰ ਵਗੈਰਾ ਨਹੀਂ ਵਿਚਾਰਿਆ ਜਾਏਗਾ, ਔਰ ਤੁਹਾਡੇ ਹੱਕ 'ਚ ਜੋ ਰੂਲ ਹੋਣਗੇ ਉਹ ਬਣਾਏ ਜਾਣਗੇ। ਤਾਂ ਜਿੰਨਾ ਚਿਰ ਸਾਨੂੰ ਸਰਕਾਰ ETT 2364 ਪੋਸਟਾਂ ਵਿੱਚ ਪਹਿਲ ਦੇ ਆਧਾਰ ਤੇ ਨਹੀਂ ਵਿਚਾਰਦੀ, B.Ed ਨੂੰ ਬਾਹਰ ਨਹੀਂ ਕਰਦੀ, ਵਲੰਟੀਅਰ ਨੂੰ ਬਾਹਰ ਨਹੀਂ ਕਰਦੀ, 10,000 ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਕਰਦੀ, ਔਰ ਟਾਵਰ ਵਾਲੇ ਸਾਥੀਆਂ ਨੂੰ 2364 ਪੋਸਟਾਂ ਦੇ ਵਿੱਚ ਵਿਚਾਰ ਕੇ ਜਿੰਨਾ ਚਿਰ ਸਾਨੂੰ ਟਾਵਰ ਤੇ ਜੁਆਇਨਿੰਗ ਲੈਟਰ ਨਹੀਂ ਦਿੰਦੀ, ਸਾਡਾ ਸੰਘਰਸ਼ ਇੱਥੇ ਚੱਲਦਾ ਰਹੂਗਾ, ਅੰਤਿਮ ਸਾਹਾਂ ਤੱਕ ਚੱਲਦਾ ਰਹੂਗਾ। ਤੁਹਾਡੇ ਪਿਤਾ ਜੀ ਗੱਲ ਕਰਨੀ ਚਾਹੁੰਦੇ ਨੇ, ਤੁਸੀਂ ਹਾਲ ਚਾਲ ਪੁੱਛ ਸਕਦੇ ਹੋ, ਫੋਨ ਸਪੀਕਰ ਦੇ ਉੱਤੇ ਹੈ ਤੁਹਾਡਾ। ਹਾਂਜੀ ਕਰਾਓ ਜੀ ਗੱਲ। ਜੀ ਹਾਂਜੀ ਬੇਟਾ ਜੀ। ਹਾਂਜੀ ਪਾਪਾ ਜੀ, ਬੜੇ ਪਿੰਨੇ ਜੀ। महाराज राज देखिए। हाँ अपना संघर्ष ना जारी रखना और नौकरी ले गया ना। ਪਾਪਾ ਜੀ ਤੁਸੀਂ ਚਿੰਤਾ ਨਹੀਂ ਕਰਨੀ, ਜਿੰਨਾ ਚਿਰ ਸਾਨੂੰ ਜੌਬ ਨਹੀਂ ਮਿਲਦੀ ਅਸੀਂ ਆਪਦੇ ਘਰ ਦਾ ਮੂੰਹ ਨਹੀਂ ਵੇਖਾਂਗੇ। ਨੌਕਰੀ ਲੈ ਗਿਆ ਨਾ। ਬਿਲਕੁਲ ਪਾਪਾ ਜੀ ਤੁਸੀਂ ਚਿੰਤਾ ਨਹੀਂ ਕਰਨੀ, ਸਾਡੀ ਚਿੰਤਾ ਹੁਣ ਸਰਕਾਰ ਕਰੂਗੀ ਤੇ ਸਰਕਾਰ ਦੀ ਚਿੰਤਾ ਹੁਣ ਰੱਬ ਕਰੂਗਾ। ਤੇ ਮੇਰੀ ਚਿੰਤਾ ਨਹੀਂ ਕਰਨੀ। ਠੀਕ ਹੈ ਪਾਪਾ ਜੀ, ਠੀਕ ਹੈ। ਤਾਂ ਇਹ ਗੱਲਬਾਤ ਕਰਨ ਲਈ ਸੁਰਿੰਦਰ ਜੀ ਬਹੁਤ ਬਹੁਤ ਧੰਨਵਾਦ। ਔਰ ਸਾਡੀ ਵੀ ਅਪੀਲ ਇਹੀ ਹੈ ਸਰਕਾਰ ਨੂੰ ਵੀ ਜੋ ਵੀ ਮੰਗਾਂ ਇਹਨਾਂ ਦੀਆਂ ਹੱਕੀ ਨੇ ਉਹ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨ, ਔਰ ਇਹ ਵੀ ਜਿਹੜੇ ਨੌਜਵਾਨ ਨੇ ਆਪਣੇ ਘਰਾਂ ਨੂੰ ਵਾਪਸ ਆਉਣ। ਤੁਹਾਨੂੰ ਵੀ ਅਪੀਲ ਹੈ ਵੀ ਆਪਣਾ ਤੁਸੀਂ ਖਿਆਲ ਰੱਖਿਓ, ਸਿਹਤ ਦਾ ਖਿਆਲ ਰੱਖੋ, ਔਰ ਅਪੀਲ ਸਾਡੀ ਇਹੀ ਹੈ ਵੀ ਤੁਸੀਂ ਘਰਾਂ ਨੂੰ ਵਾਪਸ ਆਓ। ਔਰ ਸੰਘਰਸ਼ ਜਿਹੜਾ ਉਹ ਬੇਸ਼ੱਕ ਹੋਰ ਬਹੁਤ ਸਾਰੇ ਤਰੀਕੇ ਨੇ ਸੰਘਰਸ਼ ਦੇ, ਤਾਂ ਅਪੀਲ ਸਾਡੀ ਇਹੀ ਹੈ ਵੀ ਤੁਹਾਡੀ ਜਾਨ ਜਿਹੜੀ ਹੈ ਉਹਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਹਵੀ ਨਵੀ ਨਾ ਆਵੇ। ਔਰ ਅਪੀਲ ਸਾਡੀ ਇਹੀ ਹੈ ਵੀ ਤੁਸੀਂ ਥੱਲੇ ਜ਼ਰੂਰ ਆਓ, ਆਪਣੇ ਪਰਿਵਾਰ ਦੇ ਕੋਲ ਆਓ, ਸੰਘਰਸ਼ ਇਸ ਨੂੰ ਬੇਸ਼ੱਕ ਦੀ ਜਾਰੀ ਰੱਖੋ। ਮੈਮ ਕੈਪਟਨ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕਰਕੇ ਆਈ ਸੀਗੀ ਵੀ ਘਰ ਘਰ ਰੋਜ਼ਗਾਰ ਦੇਵਾਂਗੇ, ਪਰ ਤਸਵੀਰਾਂ ਹੁਣ ਇੱਦਾਂ ਦੀਆਂ ਆਉਂਦੀਆਂ ਨੇ ਜਦੋਂ ਪੁਲਿਸ ਲਾਠੀ ਚਾਰਜ ਕਰਦੀ ਹੈ ਤਾਂ ਨਾ ਤਾਂ ਕੁੜੀਆਂ ਦੇਖੀਆਂ ਜਾਂਦੀਆਂ, ਨਾ ਬੀਬੀਆਂ ਦੇਖੀਆਂ ਜਾਂਦੀਆਂ, ਤਾਂ ਨਾ ਨੌਜਵਾਨ ਮੁੰਡੇ ਦੇਖੇ ਜਾਂਦੇ ਨੇ। ਸਰ ਜਦੋਂ ਕੈਪਟਨ ਸਰਕਾਰ ਸੱਤਾ 'ਚ ਆਉਣੀ ਸੀ ਉਸ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸੀਗਾ ਕਿ ਹਾਂ ਅਸੀਂ ਪੈਨਸ਼ਨਸ, ਇੱਕ ਤੇ ਬਜ਼ੁਰਗਾਂ ਦੀ ਪੈਨਸ਼ਨ ਵੱਲੋਂ ਕਿਹਾ ਸੀ ਕਿ 2 ਤੋਂ 2.5 ਹਜ਼ਾਰ ਦੇ ਵਿੱਚ ਕਰਾਂਗੇ, ਮਤਲਬ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀ ਮਾਲੀ ਜਿਹੜੀ ਸਹਾਇਤਾ ਉਹ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਏਗੀ, ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਵੀ ਜੋਬ ਦੇ ਮਤਲਬ ਲਾਰੇ ਲੱਪੇ ਲਾਏ ਸੀ ਗੌਰਮੈਂਟ ਨੇ। ਲੇਕਿਨ ਆਫਟਰ ਜਦੋਂ ਉਹਨਾਂ ਦੀ ਗੌਰਮੈਂਟ ਆ ਗਈ ਸੱਤਾ ਦੇ ਵਿੱਚ ਤੇ ਉਹ ਸਾਰਾ ਕੁਝ ਹੀ ਭੁੱਲ ਗਏ।
ਜੋ ਵੀ ਲੋਕਾਂ ਨੂੰ ਉਹਨਾਂ ਨੇ ਮਤਲਬ ਵਾਅਦੇ ਕੀਤੇ ਸੀ ਉਹ ਵਾਅਦਾ ਖਿਲਾਫੀ ਹੁਣ ਹੋ ਰਹੀ ਹੈ। ਦੇਖੋ ਪਹਿਲਾਂ ਤਾਂ ਇੱਕ ਟੈਟ ਸਾਡੇ ਵਾਸਤੇ ਰੱਖਿਆ ਸੀਗੀ, ਉਹ ਵੀ IPS ਲੈਵਲ ਦਾ, ਅਸੀਂ ਬੜੀ ਹੀ ਮੁਸ਼ਕਲ ਦੇ ਨਾਲ ਉਹ ਟੈਟ ਕੁਆਲੀਫਾਈਡ ਕੀਤਾ। ਹੁਣ ਉਸ ਤੋਂ ਬਾਅਦ ਆਫਟਰ ਸੈਕਿੰਡ ਟੈਸਟ ਜਿਹੜਾ ਉਹ ਸਾਡੇ ਮੱਥੇ ਉੱਤੇ ਉਹਨਾਂ ਨੇ ਥੋਪ ਦਿੱਤਾ ਕਿ ਸੈਕਿੰਡ ਟੈਸਟ ਵੀ ਕੁਆਲੀਫਾਈਡ ਕੀਤਾ ਜਾਏ। ਬੜੀਆਂ ਹੀ ਮਿਹਨਤ ਮਸ਼ੱਕਤ ਦੇ ਨਾਲ ਅਸੀਂ ਚਲੋ ਸਟੱਡੀ ਕੀਤੀ ਹੈ ਨਾ। ਕਈ ਇਸ ਤਰ੍ਹਾਂ ਦੇ ਪਰਿਵਾਰ ਹੈ ਕਿ ਬੱਚਿਆਂ ਨੂੰ ਮਤਲਬ ਟਿਊਸ਼ਨਸ ਵਗੈਰਾ ਵੀ ਨਹੀਂ ਦੇ ਸਕਦੇ। ਕਿਸੇ ਵੀ ਟੈਸਟ ਨੂੰ ਦੇਣ ਤੋਂ ਪਹਿਲਾਂ ਸਾਨੂੰ ਟਿਊਸ਼ਨ ਲੈਣ ਦੀ ਲੋੜ ਹੁੰਦੀ ਹੈ, ਲੇਕਿਨ ਇੰਨੇ ਕੁ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੇ ETT ਕੀਤੀ ਹੈ, ਗਰੀਬ ਪਰਿਵਾਰਾਂ ਦੇ ਬੱਚੇ ਆ, ਉਹ ਟਿਊਸ਼ਨ ਵਗੈਰਾ ਵੀ ਨਹੀਂ ਲੈ ਸਕਦੇ ਤੇ ਬੜੀ ਮੁਸ਼ਕਿਲ ਦੇ ਨਾਲ ਸੈਕਿੰਡ ਟੈਸਟ ਵੀ ਉਹਨਾਂ ਨੇ ਕੁਆਲੀਫਾਈਡ ਕੀਤਾ। ਲੇਕਿਨ ਉਸ ਤੋਂ ਬਾਅਦ ਜਦੋਂ ਜੋਬ ਦੀ ਵਾਰੀ ਆਈ 2364 ਪੋਸਟਾਂ ਵਿੱਚ ਉਹਨਾਂ ਨੇ ਕੀ ਕੀਤਾ ਜੀ, ਆਪਣੀ ਜਦੋਂ ਸਟਾਰਟਿੰਗ ਤੋਂ ਵਿੱਚ ਐਡਵਰਟਾਈਜ਼ਮੈਂਟ ਆਈ 2364 ਪੋਸਟਾਂ ਦੀ ਕਿ ਹਾਂ ਓਨਲੀ ਅਪਲਾਈ ਫਾਰ ਓਨਲੀ ETT, ਸਿਰਫ ETT ਐਲੀਜੀਬਿਲਟੀ ਰੱਖੀ ਗਈ ਤੇ ਓਨਲੀ TET ਟੈਟ, ਟੀਚਰ ਐਲੀਜੀਬਿਲਟੀ ਟੈਸਟ। ਲੇਕਿਨ ਕਰੋਨਾ ਦੀ ਆੜ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਆਫਟਰ ਬਹੁਤ ਸਾਰੇ ਜਿਵੇਂ ਸੁਰਿੰਦਰਪਾਲ ਜੀ ਵੀ ਦੱਸ ਰਹੇ ਸੀਗੇ ਵੀ ਅਧਿਆਪਕ ਭਰਤੀ ਕਰ ਲਏ, ਸ਼ਰਤਾਂ ਜਿਹੜੀਆਂ ਸੀਗੀਆਂ ਉਹ ਵੀ ਅਮੈਂਡ ਕਰ ਦਿੱਤੀਆਂ ਜੋ ਪਹਿਲਾਂ ਰੱਖੀਆਂ ਗਈਆਂ ਸੀ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਜਿਵੇਂ ਤੁਹਾਡੇ ਸਾਥੀ ਨੇ 48 ਦਿਨ ਹੋ ਗਏ, ਆਪਣੇ ਸਾਥੀਆਂ ਨੂੰ ਕੋਈ ਸੁਨੇਹਾ? ਮੈਂ ਤੇ ਆਪਣੇ ਸਾਥੀਆਂ ਨੂੰ ਇਹੀ ਮੈਸੇਜ ਜਿਹੜੀ ਕਨਵੇ ਕਰਾਂਗੀ ਕਿ 2364 ਵਿੱਚ ਜਿੰਨਾ ਚਿਰ ਸਾਨੂੰ ਪ੍ਰੈਫਰੈਂਸ ਨਹੀਂ ਮਿਲੇਗੀ, ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡੇ ਸਾਥੀ ਥੱਲੇ ਆਉਣ। ਅਸੀਂ ਉਹਨਾਂ ਦਾ ਬਿਲਕੁਲ ਅਸੀਂ ਸਪੋਰਟ ਕਰ ਰਹੇ ਹਾਂ, ਸਾਡੀ ਯੂਨੀਅਨ ਉਹਨਾਂ ਦੇ ਨਾਲ ਆ। ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋਏਗਾ, ਕੋਈ ਸੋਲਿਊਸ਼ਨ ਨਹੀਂ ਹੋਏਗਾ, ਉਦੋਂ ਤੱਕ ਸਾਡਾ ਜਿਹੜਾ ਪ੍ਰੋਟੈਸਟ ਹੈ, ਜਿਹੜੇ ਸੰਘਰਸ਼ ਉਹ ਚੱਲਦੇ ਰਹਿਣਗੇ। ਸੁਖਵਿੰਦਰ ਜੀ, ਤੁਹਾਡੇ ਤੋਂ ਆਖਰੀ ਸਵਾਲ ਲਊਂਗਾ, ਹੁਣ ਤੱਕ ਕਿਹੜੇ ਲੀਡਰ ਜਾ ਕੇ ਉਹਨਾਂ ਨੂੰ ਮਿਲ ਕੇ ਆਏ, ਕੋਈ ਭਰੋਸਾ ਦੇ ਕੇ ਆਏ, ਕੋਈ ਸੱਤਾਧਾਰੀ ਸਰਕਾਰ ਦਾ ਕੋਈ ਨੁਮਾਇੰਦਾ, ਕੋਈ ਕੌਣ ਗਿਆ ਉੱਥੇ? ਦੇਖੋ ਸਰਕਾਰ ਦਾ ਤਾਂ ਹਲੇ ਤੱਕ ਕੋਈ ਨੁਮਾਇੰਦਾ ਹੀ ਨਹੀਂ ਗਿਆ ਜੀ, ਤੇ ਓਪੋਜੀਸ਼ਨ ਦੇ ਲੀਡਰ ਗਏ ਨੇ, ਚਾਹੇ ਉਹ ਮੀਤ ਹੇਅਰ ਜੀ ਨੇ, ਚਾਹੇ ਅੱਜ ਚੰਦੂ ਮਾਜਰਾ ਜੀ ਗਏ ਨੇ, ਉਹਨਾਂ ਦੇ ਬੇਟੇ ਗਏ ਨੇ ਪਹਿਲਾਂ, ਤੇ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਅਪੀਲ ਕੀਤੀ ਸੀ ਥੱਲੇ ਉਤਰਨ ਦੀ। ਉਸ ਤੋਂ ਇਲਾਵਾ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਹਨਾਂ ਕੋਲ ਨਹੀਂ ਪਹੁੰਚਿਆ। ਤੇ ਜਦ ਤੱਕ ਸਰਕਾਰ ਨੂੰ ਚਾਹੀਦਾ ਸੀ ਵੀ ਹੁਣ ਤੱਕ ਉਹਨਾਂ ਸਾਥੀਆਂ ਦਾ ਹੱਲ ਕਰਦੀ, ਕਿਉਂਕਿ 48 ਦਿਨ ਦੇ ਕਰੀਬ ਹੋ ਗਏ ਨੇ, ਹੈਲਥ ਉਹਨਾਂ ਦੀ ਬਿਲਕੁਲ ਡਾਊਨਫਾਲ 'ਤੇ ਜਾ ਚੁੱਕੀ ਹੈ। ਤੇ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਦੇ ਕੰਨ 'ਤੇ ਜੂੰ ਵੀ ਸੜਕੇ। ਹੁਣ ਮੈਨੂੰ ਲੱਗਦਾ ਵੀ ਪਤਾ ਨਹੀਂ ਕੀ ਸਰਕਾਰ ਚਾਹੁੰਦੀ ਕੀ ਹੈ, ਇਸ ਤੋਂ ਇਲਾਵਾ ਕਿਹੜੀ ਚੀਜ਼ ਆਪਾਂ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਸੰਘਰਸ਼ ਕਰ ਲਈਏ। ਨਹਿਰਾਂ 'ਤੇ ਛਾਲਾਂ ਸਾਡੇ ਸਾਥੀਆਂ ਨੇ ਮਾਰ ਦਿੱਤੀਆਂ, ਟਾਵਰਾਂ 'ਤੇ ਅਸੀਂ ਬਹਿ ਗਏ, ਡਾਂਗਾਂ 4 ਸਾਲ ਤੋਂ ਪਿੱਛੇ ਲਗਾਤਾਰ ਖਾ ਰਹੇ ਹਾਂ। ਇਸ ਤੋਂ ਇਲਾਵਾ ਕਿਹੜਾ ਸੰਘਰਸ਼ ਹੈ, ਕਿਹੜਾ ਰਾਹ ਸਾਨੂੰ ਸਰਕਾਰ ਦੱਸਦੇ, ਅਸੀਂ ਉਹ ਵੀ ਕਰਨੀ ਤਿਆਰ ਬੈਠੇ ਹਾਂ। ਸੋ ਸਰਕਾਰ ਨੂੰ ਚੇਤਾਵਨੀ ਆ ਵੀ ਜੇਕਰ ਸਾਡੇ ਸਾਥੀਆਂ ਦਾ ਜਲਦੀ ਹੱਲ ਨਹੀਂ ਕੀਤਾ ਜਾਂਦਾ, ETT ਦੀ ਪੋਸਟ 'ਤੇ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ, ਤਾਂ ਆਉਂਦੇ 2-4 ਦਿਨਾਂ ਦੇ ਵਿੱਚ ਇੱਕ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਕੀਤਾ ਜਾਵੇਗਾ, ਚਾਹੇ ਉਹ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾਓ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਹੋਵੇ। ਬੇਰੁਜ਼ਗਾਰ ਬਿਲਕੁਲ ਭਰੇ ਪੀਤੇ ਬੈਠੇ ਨੇ ਤੇ ਤਿਆਰ ਬੈਠੇ ਨੇ ਸਰਕਾਰ ਨਾਲ ਮੱਥਾ ਲਾਉਣ ਲਈ। ਸੋ ਇੱਥੇ ਇੱਕ ਗੱਲ ਕਰਨੀ ਜ਼ਰੂਰੀ ਬਣਦੀ ਆ ਵੀ ਸਾਡੇ ਸਿੱਖਿਆ ਮੰਤਰੀ ਜੀ ਹਮੇਸ਼ਾ ਇਹ ਗੱਲ ਕਰਦੇ ਨੇ ਵੀ ਮੈਂ ਹਾਇਰ ਕੁਆਲੀਫਿਕੇਸ਼ਨ ਨੂੰ ਕਿਵੇਂ ਡਿਨਾਈ ਕਰਦੇ ਹਾਂ। ਸੋ ਮੈਂ ਇੱਕ ਤਰਕ ਦੇ ਨਾਲ ਗੱਲ ਕਹਿਣਾ ਚਾਹੁੰਦਾ ਵੀ ਜਿਵੇਂ ਸਾਡੀ ਪੋਸਟ 'ਤੇ ਸਿੱਖਿਆ ਮੰਤਰੀ ਜੀ ਨੂੰ ਲੱਗਦਾ ਵੀ B.Ed ਵਾਲੇ ਹਾਇਰ ਕੁਆਲੀਫਾਈ ਨੇ ਤੇ ਉਹ ਸਾਡੇ ਨਾਲ ਵਧੀਆ ਪੜ੍ਹਾ ਸਕਦੇ ਨਾ। ਜੇ ਸਰ ਉਹ ਵਧੀਆ ਪੜ੍ਹਾ ਸਕਦੇ ਨੇ ਤੇ ਉਹ ਆਪਣੀ ਪੋਸਟ ਦੇ ਵਿੱਚ ਕਿਉਂ ਨਹੀਂ ਐਲੀਜੀਬਲ ਹੋਏ? ਸਾਡੇ ਤੋਂ ਪਹਿਲਾਂ ਪੋਸਟ ਆਈਆਂ ਨੇ 35-82 ਆਈਆਂ ਨੇ, ਉਸ ਤੋਂ ਬਾਅਦ ਫਿਰ ਪੋਸਟ ਆਈਆਂ ਨੇ। ਜਿਹੜੇ ਬੱਚੇ ਉਹਨਾਂ ਪੋਸਟਾਂ 'ਚੋਂ ਕੁਆਲੀਫਾਈ ਨਹੀਂ, ਉਹ ਸਾਡੀਆਂ ਪੋਸਟਾਂ 'ਤੇ ਆ ਕੇ ਕੁਆਲੀਫਾਈ ਕਰਦੇ। ਮਤਲਬ ਇਹ ਉਹ ਕਹਿੰਦੇ ਹਾਈਅਰ ਵਾਲੇ ਹੈ, ਲੋਵਰ 'ਚੋਂ ਬੜੇ ਮਤਲਬ ਇੰਟੈਲੀਜੈਂਟ ਬਣ ਗਏ ਨਾ। ਕੱਲ੍ਹ ਨੂੰ ETT ਵਾਲਾ ਇੰਟੈਲੀਜੈਂਟ ਬਣ ਜੂਗਾ, ਪਰ ਮੇਰੀ ਇੰਟੈਲੀਜੈਂਸੀ ETT 'ਚ ਆ। ਜੇ ਮੈਂ ਇੰਟੈਲੀਜੈਂਟ ਹਾਂ ਤਾਂ ਮੈਂ ਆਪਣੀ ਪੋਸਟ 'ਤੇ ਇੰਟੈਲੀਜੈਂਸੀ ਸ਼ੋਅ ਕਰਾਂ, ਨਾ ਕਿ ਥੱਲੇ ਜਾ ਕੇ। ਸੋ ਲੋਵਰ 'ਤੇ ਜਾ ਕੇ ਤਾਂ ਮੈਂ ਇੰਟੈਲੀਜੈਂਟ ਹੋ ਸਕਦਾ, ਪਰ ਹਾਈਅਰ 'ਤੇ ਮੈਂ ਕੀ ਇੰਟੈਲੀਜੈਂਟ ਹਾਂ? ਉੱਥੇ ਇਹ ਗੱਲ ਸਾਬਤ ਕਰਨੀ ਚਾਹੀਦੀ ਹੈ ਸਿੱਖਿਆ ਮੰਤਰੀ ਨੂੰ ਵੀ ਕਿਵੇਂ ਹਾਇਰ ਕੁਆਲੀਫਿਕੇਸ਼ਨ ਨੂੰ ਇੰਟੈਲੀਜੈਂਟ ਬਣਦੇ ਨੇ। ਜਿਹੜਾ ਬੰਦਾ ਆਪਣੀ ਪੋਸਟ 'ਤੇ ਐਲੀਜੀਬਲ ਨਹੀਂ ਤਾਂ ਥੱਲੇ ਵਾਲੀ ਪੋਸਟ 'ਤੇ ਤਾਂ ਐਲੀਜੀਬਲ ਹੋ ਸਕਦਾ, ਪਰ ਆਪਣੀ ਪੋਸਟ 'ਤੇ ਕੀ ਇੰਟੈਲੀਜੈਂਟ ਸੀ ਉਹਦੀ। ਤਾਂ ਬਹੁਤ ਸਾਰੇ ਸਵਾਲ ਇਸ ਅਧਿਆਪਕ ਜਿਹੜੇ ਬੇਰੁਜ਼ਗਾਰ ਨੇ ETT ਉਹਨਾਂ ਦੇ ਸਰਕਾਰ ਨੂੰ ਵੀ ਨੇ, ਅਪੀਲਾਂ ਵੀ ਨੇ ਔਰ ਚੇਤਾਵਨੀ ਵੀ ਹੈ। ਕਹਿੰਦੇ ਜੇਕਰ ਸਰਕਾਰ ਨੇ ਆਉਣ ਵਾਲੇ 2 ਤੋਂ 4 ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਅਧਿਆਪਕਾਂ ਦੀਆਂ, ਬੇਰੁਜ਼ਗਾਰ ਅਧਿਆਪਕਾਂ ਦੀਆਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਹੈ ਉਸ ਨੂੰ ਹੋਰ ਤਿੱਖਾ ਕੀਤਾ ਜਾ ਸਕਦਾ। ਤਾਂ 48 ਦਿਨਾਂ ਤੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ CM ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਹੈ, ਉਸ ਸ਼ਹਿਰ ਦੇ ਵਿੱਚ ਇੱਕ ਟਾਵਰ ਦੇ ਉੱਤੇ 2 ਨੌਜਵਾਨ ਹਰਜੀਤ ਸਿੰਘ ਮਾਨਸਾ ਔਰ ਸੁਰਿੰਦਰਪਾਲ ਸਿੰਘ ਗੁਰਦਾਸਪੁਰ ਜ਼ਿਲ੍ਹੇ ਤੋਂ ਦੋਨੋਂ ਸੰਘਰਸ਼ ਕਰ ਰਹੇ ਨੇ। ਨਾ ਪਾਣੀ ਪੀਣ ਨੂੰ ਹੈ, ਨਾ ਖਾਣ ਨੂੰ ਰੋਟੀ ਹੈ, ਨਾ ਦਵਾਈ ਦਾਰੂ ਹੈ। ਔਰ ਵੱਡੀ ਤਰਾਸਦੀ ਹੈ, ਵੱਡੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਤੱਕ ਪਹੁੰਚਿਆ ਹੀ ਨਹੀਂ। ਹਾਲਾਂਕਿ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਵੀ ਤੁਹਾਡੀਆਂ ਮੰਗਾਂ ਅਸੀਂ ਜਲਦ ਮੰਨਾਂਗੇ, ਪਰ ਦਾਅਵੇ ਸਿਰਫ ਖੋਖਲੇ ਹੀ ਅਜੇ ਤੱਕ ਨਜ਼ਰ ਆ ਰਹੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਗੁਰਦਾਸਪੁਰ।